ਓਸ਼ੋ ਦਾ ਲੈਕਚਰ ਜੀਵਨ ਦਾ ਸਤਿਕਾਰ। ਜੀਵਨ ਸੱਚ ਦੀ ਖੋਜ ਵਿੱਚ ਜੋ ਵੱਡੀ ਤੋਂ ਵੱਡੀ ਕਠਿਨਾਈ ਹੋ ਸਕਦੀ ਹੈ ਉਹ ਹੈ ਜੀਵਨ ਦੇ ਪ੍ਰਤੀ ਨਾ ਸਨਮਾਨ ਦਾ ਭਾਵ। ਅਤੇ ਸਾਡੇ ਸਭ ਦੇ ਅੰਦਰ ਜੀਵਨ ਦੇ ਪ੍ਰਤੀ ਨਾ ਸਨਮਾਨ ਦਾ ਭਾਵ ਹੈ। ਇਹ ਗੱਲ ਬੜੀ ਉਲਟੀ ਜਾਪੇਗੀ, ਸਮਝਣ 'ਚ ਜ਼ਰਾ ਮੁਸ਼ਕਿਲ ਹੋਏਗੀ ਕਿ ਅਖੌਤੀ ਧਰਮਾਂ ਨੇ ਵੀ ਸਾਨੂੰ ਜੀਵਨ ਦੇ ਪ੍ਰਤੀ ਨਾ ਸਨਮਾਨ ਨਾਲ ਭਰ ਦਿੱਤਾ ਹੈ, ਜਦ ਕਿ ਅਸਲੀ ਧਰਮ ਸਾਨੂੰ ਜੀਵਨ ਦੇ ਪ੍ਰਤੀ ਸਨਮਾਨ ਨਾਲ ਭਰੇਗਾ। ਕਿਉਂਕਿ ਪਰਮਾਤਮਾ ਜੀਵਨ 'ਚ ਹੀ ਛੁਪਿਆ ਹੈ। ਜੀਵਨ ਉਹਦਾ ਵਸਤਰ ਹੈ, ਉਹਦਾ ਹੀ ਕੱਜਣ ਹੈ, ਜੀਵਨ ਉਸੇ ਦਾ ਸਾਰ ਹੈ। ਜੇ ਜੀਵਨ ਦੇ ਪ੍ਰਤੀ ਨਾ ਸਨਮਾਨ ਦਾ ਭਾਵ ਹੈ ਤਾਂ ਪਰਮਾਤਮਾ ਨੂੰ ਲੱਭਣਾ ਅਸੰਭਵ ਹੈ, ਕਿਉਂਕਿ ਉਸ ਸਨਮਾਨ ਤੋਂ ਹੀ ਉਸ ਵਿੱਚ ਪ੍ਰਵੇਸ਼ ਦਾ ਦੁਆਰ ਮਿਲੇਗਾ। ਨਾ ਸਨਮਾਨ ਨਾਲ ਤਾਂ ਸਾਡੀ ਪਿੱਠ ਉਸ ਵੱਲ ਹੋ ਜਾਏਗੀ। ਪਰ ਅਜਿਹੀ ਉਲਝਣ ਹੋ ਗਈ ਹੈ ਕਿ ਧਰਮ ਕਹਿੰਦੇ ਹਨ ਕਿ ਪਰਮਾਤਮਾ ਨੂੰ ਲੱਭੋ, ਧਰਮ ਇਹ ਵੀ ਕਹਿੰਦੇ ਆ ਕਿ ਪਰਮਾਤਮਾ ਜੀਵਨ ਦੇ ਕਣ ਕਣ 'ਚ ਛੁਪਿਆ ਹੈ। ਲੇਕਿਨ ਪਰਮਾਤਮਾ ਨੂੰ ਲੱਭਣ ਦੀ ਗੱਲ ਜਿਹੜੇ ਰੋਗੀ ਚਿੱਤ ਲੋਕ ਹਨ ਉਹ ਸਮਝਦੇ ਹੈ ਜਿਵੇਂ ਜੀਵਨ ਦਾ ਨਿਸ਼ੇਧ ਕਰਕੇ ਲੱਭਣਾ ਹੈ, ਜਿਵੇਂ ਪਰਮਾਤਮਾ ਦੀ ਖੋਜ ਜੀਵਨ ਦਾ ਵਿਰੋਧ ਹੈ, ਜਿਵੇਂ ਪਰਮਾਤਮਾ ਨੂੰ ਪਾਉਣਾ ਜੀਵਨ ਨੂੰ ਛੱਡਣਾ ਪਏਗਾ। ਜੇਕਰ ਇਹ ਸੱਚ ਹੈ ਕਿ ਪਰਮਾਤਮਾ ਨੂੰ ਪਾਉਣ ਲਈ ਜੀਵਨ ਨੂੰ ਛੱਡਣਾ ਪਏਗਾ ਤਾਂ ਫਿਰ ਜੀਵਨ ਦਾ ਸਨਮਾਨ ਨਹੀਂ ਹੋ ਸਕਦਾ। ਜੀਵਨ ਦੀ ਨਿੰਦਿਆ ਹੋਏਗੀ, ਅਪਮਾਨ ਹੋਏਗਾ, ਅਤੇ ਜੀਵਨ ਦਾ ਅਪਮਾਨ ਹੋਏਗਾ ਤਾਂ ਜੀਵਨ ਦਾ ਜੋ ਪਰਮ ਰਹੱਸ ਹੈ ਉਹਦਾ ਸਨਮਾਨ ਕਿਵੇਂ ਹੋ ਸਕਦਾ ਹੈ। ਕ੍ਰਿਸ਼ਨ ਤਾਂ ਜੀਵਨ ਦੇ ਪ੍ਰਤੀ ਸਨਮਾਨ ਨਾਲ ਭਰੇ ਹੈ, ਜੀਸਸ ਤਾਂ ਜੀਵਨ ਦੇ ਪ੍ਰਤੀ ਸਨਮਾਨ ਨਾਲ ਭਰੇ ਹੈ, ਬੁੱਧ ਤਾਂ ਜੀਵਨ ਦੇ ਪ੍ਰਤੀ ਸਨਮਾਨ ਨਾਲ ਭਰੇ ਹੈ, ਪਰ ਉਹਨਾਂ ਦੇ ਪੈਰੋਕਾਰਾਂ ਦਾ ਵੱਡਾ ਤਬਕਾ ਜੀਵਨ ਦੇ ਪ੍ਰਤੀ ਅਪਮਾਨ ਨਾਲ ਭਰਿਆ ਹੈ। ਇਹਦਾ ਕਾਰਨ ਬੁੱਧ, ਕ੍ਰਿਸ਼ਨ ਜਾਂ ਕ੍ਰਾਈਸਟ ਦੀਆਂ ਸਿੱਖਿਆਵਾਂ 'ਚ ਨਹੀਂ, ਸਗੋਂ ਇਹਦਾ ਕਾਰਨ ਪੈਰੋਕਾਰਾਂ ਦੀ ਸਮਝ ਵਿੱਚ ਹੈ। ਕਿਉਂਕਿ ਸਾਰੇ ਹੀ ਕਹਿੰਦੇ ਆ ਕਿ ਪਰਮ ਸੱਚ ਨੂੰ ਲੱਭੋ, ਅਸੀਂ ਵੀ ਉਹਨੂੰ ਲੱਭਣਾ ਚਾਹੁੰਦੇ ਹਾਂ। ਲੇਕਿਨ ਜਦ ਵੀ ਅਸੀਂ ਉਹਦੀ ਖੋਜ ਦਾ ਵਿਚਾਰ ਕਰਦੇ ਹਾਂ ਸਾਨੂੰ ਲੱਗਦਾ ਹੈ ਕਿ ਸਾਡਾ ਜੋ ਅੱਜ ਦਾ ਛਿਨ ਹੈ, ਹੁਣ ਦਾ ਜੋ ਜੀਵਨ ਹੈ ਉਹਨੂੰ ਛੱਡਣਾ ਪਵੇ ਤਦ ਉਹਦੀ ਖੋਜ ਹੋ ਸਕੇ, ਉਹ ਤੋਂ ਹਟਣਾ ਪਵੇ, ਉਹਨੂੰ ਨਸ਼ਟ ਕਰਨਾ ਪਵੇ ਤਦੇ ਉਹਦੀ ਖੋਜ ਹੋ ਸਕੇ। ਇਸ ਲਈ ਨਹੀਂ ਕਿ ਉਹਦੀ ਖੋਜ ਦੇ ਲਈ ਇਹ ਤੋਂ ਹਟਣਾ ਜ਼ਰੂਰੀ ਹੈ, ਬਲਕਿ ਸੱਚਾਈ ਇਹ ਹੈ ਕਿ ਅਸੀਂ ਇਸ ਤੋਂ ਇੰਨੇ ਅੱਕ ਗਏ ਹਾਂ, ਪਰੇਸ਼ਾਨ ਹੋ ਗਏ ਹਾਂ, ਅਸੀਂ ਇਸ 'ਚ ਇੰਨੇ ਦੁਖੀ ਅਤੇ ਇੰਨੇ ਦੀਨ ਹੋ ਗਏ ਹਾਂ। ਜਦ ਵੀ ਸਾਨੂੰ ਕੋਈ ਮੌਕਾ ਮਿਲੇ ਇਹਨੂੰ ਛੱਡਣ ਅਤੇ ਤੋੜਨ ਨੂੰ ਤਾਂ ਅਸੀਂ ਤਿਆਰ ਹਾਂ। ਕੋਈ ਵੀ ਬਹਾਨਾ ਮਿਲੇ ਅਸੀਂ ਜੀਵਨ ਨੂੰ ਤਬਾਹ ਕਰਨ ਨੂੰ ਤਿਆਰ ਹਾਂ। ਅਸੀਂ ਆਤਮਘਾਤੀ ਹਾਂ, ਅਸੀਂ ਰੋਗੀ ਹਾਂ। ਇਹ ਰੋਗੀ ਲੋਕ ਇਕੱਠੇ ਹੋ ਜਾਂਦੇ ਆ ਤਾਂ ਇਹ ਜੀਵਨ ਦੀ ਸਾਰੀ ਪਰਿਭਾਸ਼ਾ ਬਦਲ ਦਿੰਦੇ ਆ, ਸਾਰਾ ਢੰਗ ਬਦਲ ਦਿੰਦੇ ਆ, ਇਹ ਪੂਰੀ ਵਿਵਸਥਾ ਨੂੰ ਉਲਟਾ ਕਰ ਦਿੰਦੇ ਆ। ਧਰਮ ਦੀ ਤਰਫ ਪੈਥੋਲੋਜੀਕਲ ਰੋਗੀ ਚਿੱਤ ਲੋਕ ਬੜੀ ਤੀਬਰਤਾ ਨਾਲ ਉਤਸੁਕ ਹੁੰਦੇ ਆ। ਉਹਨਾਂ ਦੀ ਉਤਸੁਕਤਾ ਦਾ ਕਾਰਨ ਹੈ ਕਿਉਂਕਿ ਜੀਵਨ ਦੇ ਤਾਂ ਉਹ ਵਿਰੋਧ ਵਿੱਚ ਹਨ, ਕਿਉਂਕਿ ਜੀਵਨ ਤੋਂ ਤਾਂ ਉਹਨਾਂ ਨੂੰ ਕੋਈ ਸੁੱਖ ਅਤੇ ਸ਼ਾਂਤੀ ਨਹੀਂ ਮਿਲੀ। ਇਹਦਾ ਕਾਰਨ ਇਹ ਨਹੀਂ ਕਿ ਜੀਵਨ ਵਿੱਚ ਸੁੱਖ ਅਤੇ ਸ਼ਾਂਤੀ ਨਹੀਂ ਹੈ, ਇਹਦਾ ਕਾਰਨ ਇਹ ਹੈ ਕਿ ਉਹਨਾਂ ਦਾ ਜਿਹੜਾ ਢੰਗ ਸੀ ਜੀਵਨ ਤੋਂ ਸੁੱਖ ਅਤੇ ਸ਼ਾਂਤੀ ਪਾਉਣ ਦਾ ਉਹ ਗਲਤ ਸੀ। ਉਹ ਜੀਵਨ ਦੇ ਪ੍ਰਤੀ ਵਿਰੋਧ ਨਾਲ ਭਰ ਗਏ। ਜਦ ਵੀ ਉਹਨਾਂ ਨੂੰ ਕੋਈ ਅਧਿਆਪਕ ਮਿਲ ਜਾਂਦਾ ਹੈ, ਜੇ ਕਿਸੇ ਹੋਰ ਵੱਡੇ ਜੀਵਨ ਦੀ ਤਰਫ ਇਸ਼ਾਰਾ ਕਰਦਾ ਹੈ ਤਦ ਉਹ ਨਾਲ ਦੀ ਨਾਲ ਇਹ ਨਿਰਣਾ ਬਣਾ ਲੈਂਦੇ ਆ ਕਿ ਇਸ ਜੀਵਨ 'ਚ ਹੀ ਪਾਪ ਹੈ, ਇਸ ਜੀਵਨ 'ਚ ਹੀ ਦੁੱਖ ਹੈ, ਇਹਨੂੰ ਛੱਡਾਂਗੇ ਤਾਂ ਉਹ ਪਰਮ ਜੀਵਨ ਮਿਲੇਗਾ। ਜੀਵਨ 'ਚ ਦੁੱਖ ਨਹੀਂ ਹੈ, ਜੀਵਨ ਨੂੰ ਦੇਖਣ ਦੇ ਢੰਗ 'ਚ ਦੁੱਖ ਹੈ। ਅਤੇ ਜੇਕਰ ਇਹੀ ਢੰਗ ਲੈ ਕੇ ਤੁਸੀਂ ਪਰਮ ਜੀਵਨ 'ਚ ਪ੍ਰਵੇਸ਼ ਕਰ ਗਏ ਤਾਂ ਉੱਥੇ ਵੀ ਦੁੱਖ ਪਾਓਗੇ। ਉਹ ਢੰਗ ਤੁਹਾਡੇ ਨਾਲ ਹੀ ਰਹੇਗਾ। ਤੁਸੀਂ ਕਿੱਥੇ ਹੋ ਇਹ ਸਵਾਲ ਨਹੀਂ ਹੈ, ਤੁਸੀਂ ਜਿੱਥੇ ਵੀ ਰਹੋਗੇ ਉਹ ਢੰਗ ਤੁਹਾਡੇ ਨਾਲ ਰਹੇਗਾ। ਤੁਸੀਂ ਜਿੱਥੇ ਵੀ ਜਾਓਗੇ ਤੁਹਾਡੀ ਅੱਖ ਤੁਹਾਡੇ ਨਾਲ ਰਹੇਗੀ। ਤੁਹਾਨੂੰ ਪਰਮਾਤਮਾ ਵੀ ਮਿਲ ਜਾਏ ਤਾਂ ਤੁਸੀਂ ਉਸ ਤੋਂ ਵੀ ਦੁਖੀ ਹੋਣ ਵਾਲੇ ਹੋ, ਤੁਸੀਂ ਸੁਖੀ ਹੋ ਹੀ ਨਹੀਂ ਸਕਦੇ। ਤੁਹਾਡਾ ਜੋ ਢੰਗ ਹੈ ਉਹਨੂੰ ਬਦਲੇ ਬਿਨਾਂ, ਪਰ ਢੰਗ ਤੁਸੀਂ ਬਦਲਣਾ ਨਹੀਂ ਚਾਹੁੰਦੇ। ਤੁਸੀਂ ਹਾਲਤ ਬਦਲਣ ਨੂੰ ਉਤਸੁਕ ਹੋ ਜਾਂਦੇ ਹੋ, ਤੁਸੀਂ ਜੀਵਨ ਦੀ ਨਿੰਦਿਆ ਕਰਨ 'ਚ ਰਸ ਲੈ ਲੈਂਦੇ ਹੋ ਖੁਦ ਗੱਲ ਤੋਂ। ਇਹ ਤੁਹਾਨੂੰ ਸੋਚਣਾ ਮੁਸ਼ਕਿਲ ਹੋ ਜਾਂਦਾ ਹੈ। ਇਹ ਜਿਹੜਾ ਨਿੰਦਕਾਂ ਦਾ ਸਮੂਹ ਹੈ ਇਹ ਜੀਵਨ ਨੂੰ ਨੁਕਸਾਨ ਪਹੁੰਚਾ ਦਿੰਦਾ ਹੈ, ਪਰ ਪਰਮਾਤਮਾ ਦੇ ਵੱਲ ਇੱਕ ਵੀ ਕਦਮ ਵਧਣ 'ਚ ਸਹਾਇਤਾ ਨਹੀਂ ਕਰ ਪਾਉਂਦਾ। ਇੱਕ ਗੱਲ ਸਮਝ ਲੈਣੀ ਜ਼ਰੂਰੀ ਹੈ, ਜੇਕਰ ਕੋਈ ਪਰਮ ਜੀਵਨ ਵੀ ਹੈ ਤਾਂ ਇਸ ਜੀਵਨ ਦੀ ਗਹਿਰਾਈ ਦਾ ਹੀ ਨਾਂ ਹੈ। ਜੇ ਕੋਈ ਪਾਰ ਦਾ ਜੀਵਨ ਵੀ ਹੈ ਤਾਂ ਇਸੇ ਜੀਵਨ ਦੀਆਂ ਪੌੜੀਆਂ ਤੋਂ ਦੀ ਹੋ ਕੇ ਉਹ ਰਾਹ ਹੈ। ਇਹ ਜੀਵਨ ਤੁਹਾਡਾ ਦੁਸ਼ਮਣ ਨਹੀਂ ਹੈ, ਇਹ ਜੀਵਨ ਤੁਹਾਡਾ ਸਹਿਯੋਗੀ ਹੈ, ਸਾਥੀ ਹੈ, ਸੰਗੀ ਹੈ। ਅਤੇ ਜੇ ਇਸ ਜੀਵਨ ਤੋਂ ਤੁਹਾਨੂੰ ਕੋਈ ਰਾਹ ਨਹੀਂ ਦਿਸਦਾ ਤਾਂ ਤੁਸੀਂ ਆਪਣੇ ਦੇਖਣ ਦੇ ਢੰਗ ਨੂੰ ਬਦਲਣਾ, ਤੁਸੀਂ ਆਪਣੇ ਦੇਖਣ ਦੀ ਬਿਰਤੀ ਨੂੰ ਬਦਲਣਾ। ਪਰ ਕੋਈ ਵੀ ਆਦਮੀ ਆਪਣੇ ਆਪ ਨੂੰ ਬਦਲਣ ਲਈ ਤਿਆਰ ਨਹੀਂ ਹੈ। ਮੈਂ ਇੰਨਾ ਹੈਰਾਨ ਹੁੰਦਾ ਕਿ ਜਿਹੜੇ ਲੋਕ ਕਹਿੰਦੇ ਵੀ ਹੈ ਕਿ ਅਸੀਂ ਖੁਦ ਨੂੰ ਬਦਲਣ ਲਈ ਤਿਆਰ ਹਾਂ, ਉਹ ਵੀ ਖੁਦ ਨੂੰ ਬਦਲਣ ਲਈ ਤਿਆਰ ਨਹੀਂ ਹੁੰਦੇ। ਕਹਿੰਦੇ ਹੀ ਹੈ
ਉਹਨਾਂ ਦੀ ਦਿਲਚਸਪੀ ਇਹੀ ਹੁੰਦੀ ਹੈ ਕਿ ਸਾਰੇ ਬਦਲ ਜਾਣ, ਉਹ ਨਾ ਬਦਲਣ, ਕਿਉਂਕਿ ਆਪਣੇ ਆਪ ਨੂੰ ਬਦਲਣਾ ਹੰਕਾਰ ਨੂੰ ਬੜੀ ਸੱਟ ਲੱਗਦੀ ਹੈ, ਬਹੁਤ ਪੀੜ ਹੁੰਦੀ ਹੈ। ਮੇਰੇ ਕੋਲ ਲੋਕ ਆਉਂਦੇ ਹੈ, ਉਹ ਮੈਨੂੰ ਵੀ ਬਦਲਣ ਦੀਆਂ ਸਕੀਮਾਂ ਲੈ ਕੇ ਆ ਜਾਂਦੇ ਹੈ। ਉਹ ਕਹਿੰਦੇ ਜੇ ਤੁਸੀਂ ਇੰਝ ਕਰੋ ਤਾਂ ਬਹੁਤ ਹੀ ਚੰਗਾ ਹੋਏਗਾ, ਜੇ ਤੁਸੀਂ ਇੰਝ ਆਖੋ ਤਾਂ ਬਹੁਤ ਚੰਗਾ ਹੋਏਗਾ, ਜੇ ਤੁਸੀਂ ਇਸ ਤਰ੍ਹਾਂ ਜੀਓ ਤਾਂ ਬਹੁਤ ਚੰਗਾ ਹੋਵੇ। ਮੈਂ ਉਹਨਾਂ ਨੂੰ ਪੁੱਛਦਾ, ਤੁਸੀਂ ਇੱਥੇ ਕਿਸ ਲਈ ਆਏ ਹੋ? ਤੁਸੀਂ ਖੁਦ ਨੂੰ ਬਦਲਣ ਆਏ ਹੋ ਜਾਂ ਮੈਨੂੰ? ਮੈਂ ਜਿਹੋ ਜਿਹਾ ਹਾਂ ਆਨੰਦਿਤ ਹਾਂ, ਮੈਨੂੰ ਇਸ 'ਚ ਰੱਤੀ ਭਰ ਵੀ ਬਦਲਣ ਦਾ ਕੋਈ ਸਵਾਲ ਨਹੀਂ ਹੈ। ਤੁਸੀਂ ਜੇ ਦੁਖੀ ਹੋ ਤਾਂ ਖੁਦ ਨੂੰ ਬਦਲਣ ਦੀ ਫਿਕਰ ਕਰੋ, ਜੇ ਤੁਸੀਂ ਵੀ ਆਨੰਦਿਤ ਹੋ ਤਾਂ ਗੱਲ ਖਤਮ ਹੋ ਗਈ। ਲੇਕਿਨ ਦੁਖੀ ਆਦਮੀ ਵੀ ਆਉਂਦਾ ਹੈ, ਉਹਨੂੰ ਇਹਦਾ ਖਿਆਲ ਹੀ ਨਹੀਂ ਕਿ ਉਹ ਕਿਸ ਲਈ ਆਇਆ ਹੋਇਆ। ਉਹ ਕਿਸ ਲਈ ਆਇਆ ਹੈ? ਖੁਦ ਨੂੰ ਬਦਲਣ। ਇੱਥੇ ਸ਼ਿਵਰ 'ਚ ਲੋਕ ਆਉਂਦੇ ਆ, ਦਿਨ ਭਰ ਮੇਰਾ ਸਿਰ ਖਾਂਦੇ ਆ, ਫਲਾਣਾ ਬੰਦਾ ਇਉਂ ਕਰ ਰਿਹਾ, ਢਿਮਕਾ ਬੰਦਾ ਇਉਂ ਕਰ ਰਿਹਾ। ਤੁਸੀਂ ਇੱਥੇ ਕਿਸ ਲਈ ਆਏ ਹੋ? ਤੁਸੀਂ ਸਾਰੇ ਲੋਕਾਂ ਦੀ ਚਿੰਤਾ ਦੇ ਲਈ ਆਏ ਹੋ। ਤੁਹਾਨੂੰ ਕਿਹਨੇ ਠੇਕਾ ਦਿੱਤਾ ਸਭ ਦੀ ਚਿੰਤਾ ਦਾ? ਤੁਹਾਡੇ ਕੋਲ ਬਹੁਤ ਸਮਾਂ ਜਾਪਦਾ ਹੈ, ਬੜੀ ਸ਼ਕਤੀ ਜਾਪਦੀ ਹੈ। ਆਪਣੀ ਜ਼ਿੰਦਗੀ ਤੁਸੀਂ ਦੂਜੇ ਦੇ ਲਈ ਮੁਕਾ ਰਹੇ ਹੋ ਕਿ ਕਿਹੜਾ ਬੰਦਾ ਕੀ ਕਰ ਰਿਹਾ, ਕੀ ਮਕਸਦ ਹੈ, ਕੌਣ ਆਦਮੀ ਕਿਸ ਇਸਤਰੀ ਨਾਲ ਗੱਲ ਕਰ ਰਿਹਾ, ਕੌਣ ਆਦਮੀ ਕਿਸ ਇਸਤਰੀ ਦੇ ਕੋਲ ਬੈਠਾ ਹੋਇਆ, ਤੁਹਾਨੂੰ ਚਿੰਤਾ ਦਾ ਕੀ ਕਾਰਨ ਹੈ? ਤੁਸੀਂ ਕੌਣ ਹੋ? ਇੱਥੇ ਤੁਸੀਂ ਆਏ ਸੀ ਖੁਦ ਨੂੰ ਬਦਲਣ, ਇੱਥੇ ਆ ਕੇ ਫਿਕਰ 'ਚ ਪੈ ਜਾਂਦੇ ਹੋ ਕਿਸੇ ਦੂਜੇ ਨੂੰ ਬਦਲਣ ਦੀ। ਅਸਲ 'ਚ ਤੁਸੀਂ ਖੁਦ ਨੂੰ ਬਦਲਣ ਲਈ ਆਏ ਹੀ ਨਹੀਂ ਹੋ, ਇਸੇ ਲਈ ਇਹ ਫਿਕਰ ਪੈਦਾ ਹੁੰਦਾ ਹੈ। ਤੁਹਾਡਾ ਖਿਆਲ ਗਲਤ ਸੀ ਕਿ ਤੁਸੀਂ ਖੁਦ ਨੂੰ ਬਦਲਣ ਲਈ ਆਏ ਹੋ। ਤੁਸੀਂ ਖੁਦ ਨੂੰ ਧੋਖਾ ਦਿੱਤਾ। ਤੁਸੀਂ ਚਾਹੁੰਦੇ ਹੋ ਸਾਰੀ ਦੁਨੀਆ ਨੂੰ ਬਦਲ ਲਓ, ਪਰ ਖੁਦ ਤੁਸੀਂ ਜਿਹੋ ਜਿਹੇ ਹੋ ਉਹ ਤੋਂ ਰੱਤੀ ਭਰ ਵੀ ਹਟਣਾ ਨਹੀਂ ਚਾਹੁੰਦੇ। ਅਤੇ ਫਿਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਦੁੱਖ ਖਤਮ ਹੋ ਜਾਏ, ਤੁਹਾਡੀ ਪੀੜ ਖਤਮ ਹੋ ਜਾਏ। ਤੁਸੀਂ ਜਿਹੋ ਜਿਹੇ ਹੋ ਉਹੋ ਜਿਹਾ ਹੀ ਰਹਿ ਕੇ ਦੁੱਖ ਖਤਮ ਨਹੀਂ ਹੋਏਗਾ। ਫਿਰ ਇਸ ਤੋਂ ਤੁਹਾਨੂੰ ਕੀ ਪੀੜ ਹੁੰਦੀ ਹੈ ਕਿ ਕੋਈ ਆਦਮੀ ਕਿਸੇ ਇਸਤਰੀ ਨਾਲ ਗੱਲ ਕਰ ਰਿਹਾ, ਪ੍ਰੇਮ ਪੂਰਨ ਢੰਗ ਨਾਲ ਬੈਠਾ ਹੋਇਆ, ਤੁਹਾਨੂੰ ਇਹ ਤੋਂ ਕੀ ਪੀੜ ਹੁੰਦੀ ਹੈ? ਮੈਨੂੰ ਖਬਰ ਦਿੱਤੀ ਕਿਸੇ ਨੇ ਕਿ ਫਲਾਣਾ ਆਦਮੀ ਕਿਸੇ ਇਸਤਰੀ ਨਾਲ ਇਸ ਢੰਗ ਨਾਲ ਬੈਠਾ ਹੈ ਜੋ ਸ਼ੋਭਨੀਕ ਨਹੀਂ ਹੈ। ਸ਼ੋਭਾ ਦਾ ਕੋਈ ਨਿਰਣਾ ਕਰਨ ਵਾਲਾ ਹੈ? ਜਿਹੜਾ ਬੰਦਾ ਖਬਰ ਦੇ ਰਿਹਾ ਉਹਨੂੰ ਇਸ ਗੱਲ ਦਾ ਖਿਆਲ ਹੀ ਨਹੀਂ ਕਿ ਉਹਨੂੰ ਇਹ ਪੀੜ ਕਿਉਂ ਪਕੜ ਰਹੀ ਹੈ। ਇਸ ਬੰਦੇ ਨੂੰ ਮੈਂ ਭਲੀ ਭਾਂਤ ਜਾਣਦਾ। ਇਹ ਕਿਸੇ ਵੀ ਇਸਤਰੀ ਦੇ ਕੋਲ ਬੈਠਣ 'ਚ ਸਮਰੱਥ ਨਹੀਂ ਹੈ। ਇਹ ਪਰੇਸ਼ਾਨ ਹੈ ਕਿ ਉਸ ਆਦਮੀ ਦੀ ਥਾਂ ਬੈਠਣਾ ਚਾਹੁੰਦਾ ਸੀ, ਇਸ ਲਈ ਇਹ ਪਰੇਸ਼ਾਨੀ ਦੀ ਖਬਰ ਲੈ ਆਇਆ। ਪਰ ਇਹਨੂੰ ਇਹ ਖਿਆਲ ਹੀ ਨਹੀਂ ਕਿ ਇਹਦਾ ਆਪਣਾ ਹੀ ਰੋਗ ਇਹਨੂੰ ਖਾ ਰਿਹਾ ਹੈ, ਦੂਜੇ ਨੂੰ ਬਦਲਣ ਦੀ ਫਿਕਰ ਹੈ। ਮੈਂ ਉਸ ਬੰਦੇ ਨੂੰ ਕਿਹਾ ਕਿ ਜਿਹੜਾ ਆਦਮੀ ਉੱਥੇ ਬੈਠਾ ਹੈ ਇਸਤਰੀ ਦੇ ਕੋਲ, ਤੂੰ ਉਸ ਆਦਮੀ ਦੀ ਬਾਬਤ ਇੱਕ ਗੱਲ ਖਿਆਲ ਕੀਤੀ ਹੈ? ਉਹ ਆਦਮੀ ਹਮੇਸ਼ਾ ਖੁਸ਼ ਰਹਿੰਦਾ ਹੈ, ਸਦਾ ਹੱਸਦਾ ਹੈ, ਸਦਾ ਖਿੜਿਆ ਰਹਿੰਦਾ ਹੈ, ਅਤੇ ਤੂੰ ਸਦਾ ਉਦਾਸ, ਦੁਖੀ ਅਤੇ ਪਰੇਸ਼ਾਨ ਹੈ। ਤੂੰ ਉਸ ਆਦਮੀ ਤੋਂ ਕੁਝ ਸਿੱਖ, ਉਹਦੇ ਕੋਲ ਬੈਠ, ਇਸਤਰੀ ਦੀ ਫਿਕਰ ਛੱਡ ਦੇ। ਇਹ ਵੀ ਹੋ ਸਕਦਾ ਹੈ ਕਿ ਤੂੰ ਇੰਨਾ ਖੁਸ਼ ਹੋ ਜਾਏ ਕਿ ਕੋਈ ਇਸਤਰੀ ਤੁਹਾਡੇ ਕੋਲ ਵੀ ਬੈਠਣਾ ਚਾਹੇ, ਲੇਕਿਨ ਤੇਰੀ ਸ਼ਕਲ ਨਰਕੀ ਹੈ। ਤੂੰ ਇੰਨੀ ਪਰੇਸ਼ਾਨੀ ਅਤੇ ਦੁੱਖ ਨਾਲ ਭਰਿਆ ਹੈ ਕਿ ਕੋਈ ਤੇਰੇ ਕੋਲ ਬੈਠਣਾ ਨਹੀਂ ਚਾਹੁੰਦਾ। ਫਿਰ ਜੇ ਦੋ ਵਿਅਕਤੀ ਪ੍ਰੇਮ ਪੂਰਨ ਢੰਗ ਨਾਲ ਬੈਠੇ ਹੈ, ਇਸ 'ਚ ਨਾ ਸ਼ੋਭਨੀਕ ਕੀ ਹੈ? ਇਹ ਬੜੀ ਮਜ਼ੇਦਾਰ ਗੱਲ ਹੈ ਕਿ ਜੀਵਨ ਦੇ ਨਾ ਸਨਮਾਨ ਦੇ ਕਾਰਨ ਪ੍ਰੇਮ ਨਾ ਸ਼ੋਭਨੀਕ ਜਾਪਦਾ ਹੈ, ਕਿਉਂਕਿ ਪ੍ਰੇਮ ਜੀਵਨ ਦਾ ਗਹਿਰੇ ਤੋਂ ਗਹਿਰਾ ਫੁੱਲ ਹੈ। ਜੇ ਦੋ ਬੰਦੇ ਸੜਕ 'ਤੇ ਲੜ ਰਹੇ ਹੋਣ ਤਾਂ ਕੋਈ ਨਹੀਂ ਕਹਿੰਦਾ ਕਿ ਅਸ਼ਲੀਲ ਹੋ, ਪਰ ਦੋ ਬੰਦੇ ਗਲ 'ਚ ਬਾਹਾਂ ਪੈ ਕੇ ਬਿਰਛ ਹੇਠਾਂ ਬੈਠੇ ਹੋਣ ਤਾਂ ਲੋਕ ਕਹਿਣਗੇ ਇਹ ਅਸ਼ਲੀਲ ਹੈ। ਹਿੰਸਾ ਅਸ਼ਲੀਲ ਨਹੀਂ ਹੈ, ਪ੍ਰੇਮ ਅਸ਼ਲੀਲ ਹੈ। ਕਿਉਂ ਪ੍ਰੇਮ ਅਸ਼ਲੀਲ ਹੈ? ਹਿੰਸਾ ਕਿਉਂ ਅਸ਼ਲੀਲ ਨਹੀਂ ਹੈ? ਹਿੰਸਾ ਮੌਤ ਹੈ, ਪ੍ਰੇਮ ਜੀਵਨ ਹੈ। ਜੀਵਨ ਦੇ ਪ੍ਰਤੀ ਨਾ ਸਨਮਾਨ ਹੈ, ਮੌਤ ਦੇ ਪ੍ਰਤੀ ਸਨਮਾਨ ਹੈ। ਦੇਖੋ ਕਿੰਨੀ ਹੈਰਾਨੀ ਦੀ ਗੱਲ ਹੈ। ਯੁੱਧ ਦੀਆਂ ਫਿਲਮਾਂ ਬਣਦੀਆਂ, ਕੋਈ ਸਰਕਾਰ ਉਹਨਾਂ 'ਤੇ ਰੋਕ ਨਹੀਂ ਲਾਉਂਦੀ। ਹੱਤਿਆ ਹੁੰਦੀ ਹੈ, ਖੂਨ ਹੁੰਦਾ ਹੈ ਫਿਲਮ 'ਚ, ਕੋਈ ਦੁਨੀਆ ਦੀ ਸਰਕਾਰ ਨਹੀਂ ਕਹਿੰਦੀ ਕਿ ਅਸ਼ਲੀਲ ਹੈ। ਅਤੇ ਜੇ ਪ੍ਰੇਮ ਦੀ ਘਟਨਾ ਹੈ, ਸਾਰੀਆਂ ਸਰਕਾਰਾਂ ਚਿੰਤਤ ਹੋ ਜਾਂਦੀਆਂ। ਸਰਕਾਰਾਂ ਤੈਅ ਕਰ ਲੈਂਦੀਆਂ ਚੁੰਮਣ ਕਿੰਨੀ ਦੂਰ ਤੋਂ ਲਿਆ ਜਾਵੇ, 6 ਇੰਚ ਦਾ ਫਾਸਲਾ ਹੋਵੇ, 4 ਇੰਚ ਦਾ ਫਾਸਲਾ ਹੋਵੇ, ਕਿੰਨੇ ਇੰਚ ਦੇ ਫਾਸਲੇ 'ਤੇ ਚੁੰਮਣ ਸ਼ਲੀਲ ਹੁੰਦਾ, ਕਿੰਨੇ ਇੰਚ ਦੇ ਫਾਸਲੇ 'ਤੇ ਅਸ਼ਲੀਲ ਹੋ ਜਾਂਦਾ। ਲੇਕਿਨ ਛੁਰਾ ਖੋਭ ਦਿੱਤਾ ਜਾਏ ਫਿਲਮ 'ਚ, ਅਸ਼ਲੀਲ ਨਹੀਂ ਹੁੰਦਾ। ਕੋਈ ਨਹੀਂ ਕਹਿੰਦਾ ਛੁਰਾ 6 ਇੰਚ ਦੂਰ ਰਹੇ। ਇਹ ਬਹੁਤ ਵਿਚਾਰ ਦੀ ਗੱਲ ਹੈ, ਕਠਿਨਾਈ ਹੈ। ਚੁੰਮਣ 'ਚ ਅਜਿਹਾ ਕਿਹੜਾ ਪਾਪ ਹੈ ਜੋ ਛੁਰਾ ਖੋਭਣ 'ਚ ਨਹੀਂ ਹੈ? ਪਰ ਚੁੰਮਣ ਜੀਵਨ ਦਾ ਸਾਥੀ ਹੈ, ਛੁਰਾ ਮੌਤ ਦਾ। ਅਸੀਂ ਸਾਰੇ ਆਤਮਘਾਤੀ ਹਾਂ, ਅਸੀਂ ਸਭ ਹਤਿਆਰੇ ਹਾਂ, ਪਰ ਪ੍ਰੇਮ ਦੇ ਸਾਰੇ ਦੁਸ਼ਮਣ ਹਾਂ। ਇਹ ਦੁਸ਼ਮਣੀ ਕਿਉਂ ਹੈ? ਇਹਨੂੰ ਜੇਕਰ ਅਸੀਂ ਬਹੁਤ ਗਹਿਰੇ 'ਚ ਖੋਜਣ ਜਾਈਏ ਤਾਂ ਸਾਡਾ ਜੀਵਨ ਦੇ ਪ੍ਰਤੀ ਨਾ ਸਨਮਾਨ ਦਾ ਭਾਵ ਹੈ। ਫਿਰ ਜੇ ਦੋ ਵਿਅਕਤੀ ਪ੍ਰੇਮ ਨਾਲ ਬੈਠੇ ਹੈ, ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾ ਰਹੇ, ਇਹ ਉਹਨਾਂ ਦੀ ਨਿੱਜੀ ਗੱਲ ਹੈ, ਇਹ ਉਹਨਾਂ ਦਾ ਨਿੱਜੀ ਆਨੰਦ ਹੈ। ਜੇਕਰ ਇਹ ਤੁਹਾਨੂੰ ਤਕਲੀਫ ਦਿੰਦਾ ਹੈ ਤਾਂ ਤੁਹਾਨੂੰ ਆਪਣੇ ਅੰਦਰ ਖੋਜ ਕਰਨੀ ਚਾਹੀਦੀ ਹੈ। ਜਾਂ ਤੁਹਾਡੇ ਜੀਵਨ 'ਚ ਪ੍ਰੇਮ ਦੀ ਕਮੀ ਰਹਿ ਗਈ ਹੈ, ਜਾਂ ਤੁਹਾਡੀ ਕਾਮ ਵਾਸਨਾ ਪੂਰੀ ਨਹੀਂ ਹੋ ਸਕੀ ਹੈ, ਅਟਕੀ ਰਹਿ ਗਈ ਹੈ। ਤੁਹਾਡੀ ਕਾਮ ਵਾਸਨਾ ਰੋਗ ਬਣ ਗਈ ਹੈ, ਜ਼ਖਮ ਬਣ ਗਈ ਹੈ।
ਪਰ ਇਹ ਬੰਦੇ ਜਿਹੜੇ ਮੇਰੇ ਕੋਲ ਖਬਰ ਲੈ ਕੇ ਆਉਣਗੇ ਉਹ ਇਹ ਨਹੀਂ ਕਹਿੰਦੇ ਵੀ ਅਸੀਂ ਕਾਮ ਵਾਸ਼ਨਾ ਨਾਲ ਪੀੜਤ ਹਾਂ। ਉਹ ਇਹ ਕਹਿੰਦੇ ਆ ਕਿ ਇਹ ਹੋ ਰਿਹਾ ਹੈ। ਆਪਣੇ ਵੱਲ ਖਿਆਲ ਕਰੋ, ਆਪਣੇ ਨਜ਼ਰੀਏ ਨੂੰ ਸੋਚੋ, ਦੂਜੇ ਦੀ ਚਿੰਤਾ ਨਾ ਕਰੋ। ਇੱਕ ਗੱਲ ਹਮੇਸ਼ਾ ਧਿਆਨ 'ਚ ਰੱਖੋ ਕਿ ਤੁਸੀਂ ਕਿਸ ਗੱਲ ਦਾ ਸਨਮਾਨ ਕਰਦੇ ਹੋ, ਜੀਵਨ ਦਾ। ਦੋ ਵਿਅਕਤੀਆਂ ਦਾ ਪ੍ਰੇਮਪੂਰਨ ਢੰਗ ਨਾਲ ਖੜੇ ਹੋਣਾ ਇਸ ਪ੍ਰਿਥਵੀ ਉੱਤੇ ਵਾਪਰਨ ਵਾਲੀਆਂ ਸੁੰਦਰ ਤੋਂ ਸੁੰਦਰ ਘਟਨਾਵਾਂ ਵਿੱਚੋਂ ਇੱਕ ਹੈ। ਅਤੇ ਜੇਕਰ ਪ੍ਰੇਮ ਸੁੰਦਰ ਨਹੀਂ ਤਾਂ ਫੁੱਲ ਸੁੰਦਰ ਨਹੀਂ ਹੋ ਸਕਦੇ, ਪੰਛੀਆਂ ਦੇ ਗੀਤ ਸੁੰਦਰ ਨਹੀਂ ਹੋ ਸਕਦੇ, ਕਿਉਂਕਿ ਫੁੱਲ ਵੀ ਪ੍ਰੇਮ ਦੀ ਘਟਨਾ ਹੈ। ਇਹ ਵੀ ਬਿਰਛ ਦੀ ਕਾਮ ਵਾਸ਼ਨਾ ਹੈ। ਉਸ ਨਾਲ ਬਿਰਛ ਆਪਣੇ ਬੀਜ ਪੈਦਾ ਕਰ ਰਿਹਾ ਹੈ, ਆਪਣੇ ਵੀਰਜ ਕਣ ਪੈਦਾ ਕਰ ਰਿਹਾ ਹੈ। ਪੰਛੀਆਂ ਦੇ ਗੀਤ ਸੁੰਦਰ ਨਹੀਂ ਹੋ ਸਕਦੇ ਕਿਉਂਕਿ ਉਹ ਵੀ ਪ੍ਰੇਮਿਕਾਵਾਂ ਦੇ ਲਈ ਬੁਲਾਈ ਗਈ ਪੁਕਾਰ ਹੈ ਜਾਂ ਪ੍ਰੇਮੀਆਂ ਦੀ ਖੋਜ ਹੈ। ਉਹ ਵੀ ਕਾਮ ਵਾਸ਼ਨਾ ਹੈ। ਜੇ ਕੋਈ ਵਿਅਕਤੀ ਜੀਵਨ ਦੇ ਪ੍ਰਤੀ ਨਾ ਸਨਮਾਨ ਨਾਲ ਭਰਿਆ ਤਾਂ ਫਿਰ ਜਗਤ 'ਚ ਕੁਝ ਵੀ ਸੁੰਦਰ ਨਹੀਂ ਹੈ, ਸਭ ਅਸ਼ਲੀਲ ਹੈ। ਤੁਹਾਨੂੰ ਫੁੱਲ 'ਚ ਦਿਖਾਈ ਨਹੀਂ ਪੈਂਦਾ ਕਿਉਂਕਿ ਫੁੱਲ ਦੀ ਕਾਮ ਵਾਸ਼ਨਾ ਦਾ ਤੁਹਾਨੂੰ ਪਤਾ ਨਹੀਂ ਹੈ। ਬਸੰਤ ਦਾ ਮੌਸਮ ਆਉਂਦਾ, ਪ੍ਰਿਥਵੀ ਜਵਾਨ ਹੁੰਦੀ ਹੈ। ਉਹ ਜਿਹੜੀ ਖੁਸ਼ੀ ਤੁਸੀਂ ਵੇਖਦੇ ਹੋ ਚਾਰ ਚੁਫੇਰੇ, ਉਹ ਜਿਹੜਾ ਉਤਸਵ ਨਜ਼ਰ ਆਉਂਦਾ ਹੈ, ਉਹ ਵੀ ਕਾਮ ਵਾਸ਼ਨਾ ਦੀ ਖੁਸ਼ੀ ਹੈ। ਜੀਵਨ ਦੀ ਨਿੰਦਿਆ 'ਚ ਕਾਮ ਵਾਸ਼ਨਾ ਵੀ ਇੱਕ ਕਾਰਨ ਹੈ। ਪਤਾ ਨਹੀਂ ਕਿਸ ਤਰ੍ਹਾਂ ਨਾਲ ਅਸੀਂ ਕਾਮ ਵਾਸ਼ਨਾ ਦਾ ਵਿਰੋਧ ਕੀਤਾ ਹੈ, ਉਹਨੂੰ ਪਾਪ ਕਿਹਾ ਹੈ। ਉਹ ਪਾਪ ਹੋ ਸਕਦੀ ਹੈ ਕਿਉਂਕਿ ਉਸ ਵਿੱਚ ਪੁੰਨ ਹੋਣ ਦੀ ਸਮਰੱਥਾ ਹੈ। ਇੱਕ ਗੱਲ ਦਾ ਧਿਆਨ ਰੱਖਣਾ, ਉਹੀ ਚੀਜ਼ ਪਾਪ ਹੋ ਸਕਦੀ ਹੈ ਜਿਸ 'ਚ ਪੁੰਨ ਹੋਣ ਦੀ ਸਮਰੱਥਾ ਹੋਵੇ। ਇੱਕ ਛੋਟਾ ਬੱਚਾ ਜੇਕਰ ਕੋਈ ਭੁੱਲ ਕਰਦਾ ਹੈ, ਅਸੀਂ ਉਹਨੂੰ ਮਾफ़ ਕਰ ਦਿੰਦੇ ਹਾਂ। ਅਸੀਂ ਪਾਪ ਨਹੀਂ ਕਹਿੰਦੇ, ਅਸੀਂ ਕਹਿੰਦੇ ਹਾਂ ਬੱਚਾ ਹੈ, ਅਜੇ ਠੀਕ ਕਰਨ ਦੀ ਸਮਰੱਥਾ ਹੀ ਉਸ 'ਚ ਨਹੀਂ ਹੈ, ਸੋ ਗਲਤ ਕਰਨਾ ਮਾफ़ ਕੀਤਾ ਜਾਏ। ਇੱਕ ਬੰਦਾ ਸ਼ਰਾਬ ਪੀ ਕੇ ਕੋਈ ਜੁਰਮ ਕਰ ਲੈਂਦਾ ਹੈ, ਅਦਾਲਤ ਵੀ ਮਾफ़ ਕਰ ਦਿੰਦੀ ਹੈ ਕਿਉਂਕਿ ਉਹਨੇ ਬੇਹੋਸ਼ੀ 'ਚ ਕੀਤਾ ਹੈ। ਹੋਸ਼ 'ਚ ਹੁੰਦਾ ਤਾਂ ਅਸੀਂ ਮੰਨਦੇ ਕਿ ਇਸ 'ਚ ਠੀਕ ਕਰਨ ਦੀ ਸਮਰੱਥਾ ਵੀ ਸੀ, ਅਤੇ ਜਦ ਸਮਰੱਥਾ ਹੀ ਨਹੀਂ ਸੀ ਤਾਂ ਫਿਰ ਗਲਤ ਦਾ ਜਿੰਮਾ ਵੀ ਨਹੀਂ ਰਹਿ ਜਾਂਦਾ। ਇੱਕ ਬੰਦਾ ਪਾਗਲ ਸਿੱਧ ਹੋ ਜਾਏ ਤਾਂ ਵੱਡੇ ਤੋਂ ਵੱਡਾ ਜੁਰਮ ਵੀ ਮਾफ़ ਹੋ ਜਾਂਦਾ ਹੈ ਕਿਉਂਕਿ ਪਾਗਲ ਨੂੰ ਕੀ ਦੋਸ਼ ਦੇਣਾ, ਉਹ ਠੀਕ ਕਰ ਹੀ ਨਹੀਂ ਸਕਦਾ ਸੀ, ਤਾਂ ਗਲਤ ਕਰਨ ਦੇ ਲਈ ਜ਼ਿੰਮੇਵਾਰ ਵੀ ਨਹੀਂ ਰਹਿ ਜਾਂਦਾ। ਇੱਕ ਗੱਲ ਕਿ ਜਿਸ ਹਾਲਤ ਵਿੱਚ ਪਾਪ ਹੋ ਸਕਦਾ ਹੈ ਉਹ ਉਹੀ ਹਾਲਤ ਹੈ ਜਿਸ 'ਚ ਪੁੰਨ ਵੀ ਹੋ ਸਕਦਾ ਸੀ, ਨਹੀਂ ਤਾਂ ਪਾਪ ਨਹੀਂ ਹੋ ਸਕਦਾ। ਜਿਹੜੀ ਊਰਜਾ ਪਾਪ ਬਣ ਸਕਦੀ ਹੈ ਉਹੀ ਊਰਜਾ ਪੁੰਨ ਵੀ ਬਣ ਸਕਦੀ ਹੈ। ਇਸ ਲਈ ਕਾਮ ਵਾਸ਼ਨਾ ਦਾ ਜੋ ਵਿਰੋਧ ਕੀਤਾ ਹੈ ਜਾਣਨ ਵਾਲਿਆਂ ਨੇ, ਉਹਦਾ ਕਾਰਨ ਦੂਜਾ ਹੈ। ਨਾ ਜਾਣਨ ਵਾਲਿਆਂ ਨੇ ਵਿਰੋਧ ਨੂੰ ਪਕੜ ਲਿਆ, ਉਹਦਾ ਕਾਰਨ ਹੋਰ ਹੈ। ਜਾਣਨ ਵਾਲਿਆਂ ਨੇ ਇਸ ਲਈ ਕਿਹਾ ਕਿ ਤੁਸੀਂ ਕਾਮ ਵਾਸਨਾ 'ਚ ਨਾ ਪਾਓ ਤਾਂ ਜੋ ਤੁਹਾਡੀ ਕਾਮ ਊਰਜਾ ਪਰਮਾਤਮਾ ਵੱਲ ਪ੍ਰਵਾਹਿਤ ਹੋ ਸਕੇ। ਇਸ ਵਿੱਚ ਕਾਮ ਵਾਸ਼ਨਾ ਦੀ ਨਿੰਦਿਆ ਨਹੀਂ ਹੈ, ਸਿਰਫ ਉਹਦਾ ਉਚੇਰਾ ਉਪਯੋਗ ਹੈ। ਸੱਚ ਪੁੱਛੋ ਇਸ 'ਚ ਉਹਦੀ ਮਹਿਮਾ ਹੈ ਕਿਉਂਕਿ ਕਾਮ ਵਾਸਨਾ 'ਚ ਪੈ ਕੇ ਤੁਸੀਂ ਸੰਸਾਰ 'ਚ ਗੂੜੇ ਹਨੇਰੇ 'ਚ ਪ੍ਰਵੇਸ਼ ਕਰ ਜਾਓਗੇ। ਤੁਸੀਂ ਕਾਮ ਵਾਸ਼ਨਾ 'ਚ ਨਾ ਪਾਓ ਤਾਂ ਇਹੀ ਊਰਜਾ ਉੱਪਰ ਚੜ੍ਹਨ ਦੀ ਪੌੜੀ ਬਣ ਜਾਏਗੀ। ਸੋ ਜਿਹੜੀ ਪੌੜੀ ਤੁਹਾਨੂੰ ਉੱਪਰ ਲਿਜਾ ਸਕਦੀ ਹੋਵੇ ਉਹਨੂੰ ਤੁਸੀਂ ਹੇਠਾਂ ਦੀ ਯਾਤਰਾ 'ਚ ਨਾ ਲਿਆਓ। ਇਸ 'ਚ ਸਨਮਾਨ ਹੈ, ਅਪਮਾਨ ਨਹੀਂ। ਇਹਦਾ ਅਰਥ ਇਹ ਹੋਇਆ ਕਿ ਕਾਮ ਊਰਜਾ ਪਰਮ ਸੱਚ ਤੱਕ ਲਿਜਾ ਸਕਦੀ ਹੈ, ਉਹਨੂੰ ਤੁਸੀਂ ਅਜਾਈ ਨਾ ਖੋ ਦੇਣਾ। ਇਹ ਪਰ ਰੋਗੀ ਲੋਕਾਂ ਨੇ ਇਹਦਾ ਜੋ ਅਰਥ ਲਿਆ ਹੈ ਉਹ ਅਰਥ ਹੈ ਕਾਮ ਵਾਸਨਾ ਦੇ ਵੈਰੀ ਹੋ ਜਾਓ। ਉਹ ਪੌੜੀ ਨੂੰ ਉੱਪਰ ਵੱਲ ਤਾਂ ਲਾਉਂਦੇ ਨਹੀਂ, ਪੌੜੀ ਹੇਠਾਂ ਵੱਲ ਹੀ ਵੀ ਨਹੀਂ ਲਾਉਂਦੇ। ਉਹ ਪੌੜੀ ਨੂੰ ਮੋਢੇ 'ਤੇ ਚੁੱਕ ਕੇ ਘੁੰਮਦੇ ਆ, ਉਹ ਪੌੜੀ ਲਾਉਂਦੇ ਹੀ ਨਹੀਂ। ਉੱਪਰ ਵੱਲ ਲਾਓ, ਬਹੁਤ ਸੁਖਾਵੀਂ ਹੈ, ਪਰਮ ਆਨੰਦਪੂਰਨ ਹੈ। ਉੱਪਰ ਵੱਲ ਨਾ ਲਾ ਸਕੋ, ਮੋਢੇ 'ਤੇ ਚੁੱਕ ਕੇ ਨਾ ਘੁੰਮੋ ਕਿਉਂਕਿ ਇਸ ਨਾਲ ਤੁਸੀਂ ਸਿਰਫ ਰੋਗੀ ਹੋ ਰਹੇ ਹੋ, ਬੋਝ ਢੋ ਰਹੇ ਹੋ। ਕਾਮ ਵਾਸਨਾ ਦੇ ਵਿਰੋਧ ਦੇ ਕਾਰਨ ਜੀਵਨ ਦਾ ਵੀ ਅਪਮਾਨ ਹੋ ਗਿਆ ਸਾਡੇ ਮਨ 'ਚ, ਕਿਉਂਕਿ ਜੀਵਨ ਉਸੇ ਨਾਲ ਤਾਂ ਉੱਠਦਾ ਹੈ, ਜੀਵਨ ਉਸੇ ਤੋਂ ਤਾਂ ਜਾਗਦਾ ਹੈ। ਜੀਵਨ ਕਾਮ ਵਾਸਨਾ ਦਾ ਹੀ ਤਾਂ ਪਸਾਰਾ ਹੈ। ਪ੍ਰੇਮ ਲੁਕ ਛਿਪ ਕੇ ਕਰਨਾ ਪੈਂਦਾ ਹੈ, ਕਿਤੇ ਭਾਵ ਹੈ ਕਿ ਪਾਪ ਹੈ। ਜੇਕਰ ਪ੍ਰੇਮ ਪਾਪ ਹੈ ਤਾਂ ਪ੍ਰੇਮ ਤੋਂ ਪੈਦਾ ਹੋਣ ਵਾਲੇ ਬੱਚੇ ਪੁੰਨ ਨਹੀਂ ਹੋ ਸਕਦੇ। ਜੇ ਪ੍ਰੇਮ ਪਾਪ ਹੈ ਤਾਂ ਪੂਰੀ ਜ਼ਿੰਦਗੀ ਪਾਪ ਹੈ। ਇਹ ਸੂਤਰ ਬਹੁਤ ਕੀਮਤੀ ਹਨ, ਸਮਝਣ ਯੋਗ। ਪਹਿਲਾ ਸੂਤਰ, ਸਮਗਰ ਜੀਵਨ ਦਾ ਸਨਮਾਨ ਕਰੋ ਜਿਹਨੇ ਤੁਹਾਨੂੰ ਚਾਰ ਚੁਫੇਰਿਓਂ ਘੇਰਿਆ ਹੋਇਆ। ਸਮੁੱਚੇ ਜੀਵਨ ਦਾ ਸਨਮਾਨ ਕਰੋ, ਮੌਤ ਦਾ ਨਹੀਂ, ਹਿੰਸਾ ਦਾ ਨਹੀਂ, ਤਬਾਹੀ ਦਾ ਨਹੀਂ, ਜੀਵਨ ਦਾ, ਸਿਰਜਣਾ ਦਾ, ਪ੍ਰੇਮ ਦਾ। ਜਿੱਥੋਂ ਜੀਵਨ ਉੱਠਦਾ ਹੈ, ਜਿੱਥੋਂ ਜੀਵਨ ਜਨਮਦਾ ਹੈ, ਜਿੱਥੋਂ ਜੀਵਨ ਫੈਲਦਾ ਹੈ, ਭਾਵੇਂ ਪੌਦਿਆਂ ਵਿੱਚ, ਭਾਵੇਂ ਪੰਛੀਆਂ ਵਿੱਚ, ਭਾਵੇਂ ਮਨੁੱਖਾਂ ਵਿੱਚ, ਜੀਵਨ ਦਾ ਸਨਮਾਨ ਕਰੋ, ਸਮਗਰ ਜੀਵਨ ਦਾ। ਆਪਣੇ ਆਸ-ਪਾਸ ਦੇ ਲਗਾਤਾਰ ਬਦਲਣ ਵਾਲੇ ਅਤੇ ਚਲੰਤਮਾਨ ਜੀਵਨ ਉੱਤੇ ਧਿਆਨ ਦਿਓ ਕਿਉਂਕਿ ਇਹ ਮਨੁੱਖਾਂ ਦੇ ਹਿਰਦੇ ਦਾ ਹੀ ਬਣਿਆ ਹੈ, ਅਤੇ ਜਿਵੇਂ-ਜਿਵੇਂ ਤੁਸੀਂ ਇਹਦੀ ਬਣਤਰ ਅਤੇ ਉਹਦਾ ਮਕਸਦ ਸਮਝੋਗੇ ਤਿਵੇਂ-ਤਿਵੇਂ ਕਰਮਵਾਰ ਤੁਸੀਂ ਜੀਵਨ ਦਾ ਵਿਸ਼ਾਲ ਤੋਂ ਵਿਸ਼ਾਲ ਸ਼ਬਦ ਵੀ ਪੜ੍ਹ ਤੇ ਸਮਝ ਸਕੋਗੇ। ਜੀਵਨ ਦੇ ਸਨਮਾਨ 'ਚ ਇੱਕ ਉਸਾਰੂ ਨਜ਼ਰੀਆ ਹੈ। ਚਾਰੇ ਪਾਸੇ ਦੇਖੋ, ਹਿਰਦੇ ਤੋਂ ਬਣਿਆ ਸਭ ਕੁਝ। ਤੁਹਾਡੇ ਗੁਆਂਢ 'ਚ ਜਿਹੜਾ ਬੈਠਾ ਹੈ ਉਹਦਾ ਹਿਰਦਾ,
ਵੀ ਧੜਕ ਰਿਹਾ ਹੈ। ਉਹ ਜਿਹੜਾ ਬਿਰਛ ਲੱਗਿਆ ਉਹਦੀ ਵੀ ਜੀਵਨ ਧਾਰਾ ਪ੍ਰਵਾਹਿਤ ਹੋ ਰਹੀ ਹੈ। ਉਹ ਜਿਹੜੀ ਤੁਹਾਡੇ ਹੇਠਾਂ ਪ੍ਰਿਥਵੀ ਹੈ ਉਹ ਵੀ ਸਾਹ ਲੈ ਰਹੀ ਹੈ। ਛੋਟਾ ਜਿਹਾ ਕੀੜਾ ਮਕੌੜਾ ਹੋਵੇ ਜਾਂ ਅਸਮਾਨ 'ਤੇ ਵੱਡੇ ਤੋਂ ਵੱਡਾ ਤਾਰਾ ਮੰਡਲ ਹੋਵੇ, ਉਹਨਾਂ ਸਭਨਾਂ 'ਚ ਇੱਕ ਹੀ ਜੀਵਨ ਵੰਨ ਸੁਵੰਨੇ ਰੂਪਾਂ 'ਚ ਪ੍ਰਗਟ ਹੋ ਰਿਹਾ ਹੈ। ਇਹਦਾ ਸਨਮਾਨ ਜੇਕਰ ਮਨ 'ਚ ਨਾ ਹੋਵੇ ਤਾਂ ਤੁਸੀਂ ਵਜੂਦ 'ਚ ਪ੍ਰਵੇਸ਼ ਕਿਵੇਂ ਕਰੋਗੇ? ਤੁਸੀਂ ਕਿਵੇਂ ਦਾਖਲ ਹੋਵੋਗੇ? ਕਿੱਥੋਂ ਦਰਵਾਜ਼ਾ ਲੱਭੋਗੇ? ਜੇ ਤੁਹਾਡੀ ਘਿਰਨਾ ਹੈ, ਜੇ ਤੁਹਾਡਾ ਵਿਰੋਧ ਹੈ, ਨਿੰਦਿਆ ਹੈ, ਤਾਂ ਤੁਸੀਂ ਪਿੱਠ ਕਰਕੇ ਖੜ੍ਹੇ ਹੋ ਜਾਓਗੇ ਦਰਵਾਜ਼ੇ ਵੱਲ। ਜਿੱਥੇ ਵੀ ਜੀਵਨ ਦਿਖਾਈ ਪਵੇ ਉਹਦੀ ਪੂਜਾ ਕਰੋ। ਜਿੱਥੇ ਵੀ ਜੀਵਨ ਦੀ ਕਲੀ ਖਿੜਦੀ ਹੋਵੇ ਉਹਦਾ ਸਵਾਗਤ ਕਰੋ। ਤਬਾਹੀ ਤੁਹਾਡੇ ਮਨ 'ਚ ਨਾ ਆਵੇ, ਨਿੰਦਿਆ ਤੁਹਾਡੇ ਮਨ 'ਚ ਨਾ ਆਵੇ, ਸਨਮਾਨ ਤੁਹਾਡੀ ਭਾਵ ਦਸ਼ਾ ਬਣ ਜਾਏ। ਸਵਿਟਜ਼ਰ ਨੇ ਕਿਤਾਬ ਲਿਖੀ ਹੈ ਰਿਵਰੈਂਸ ਫॉर ਲਾਈਫ, ਜੀਵਨ ਦੇ ਪ੍ਰਤੀ ਸਨਮਾਨ। ਅਤੇ ਸਵਿਟਜ਼ਰ ਨੇ ਆਪਣੀ ਪੂਰੀ ਜ਼ਿੰਦਗੀ ਜੀਵਨ ਦੇ ਪ੍ਰਤੀ ਸਨਮਾਨ 'ਚ ਪੂਰੀ ਸਮਰਪਿਤ ਕੀਤੀ ਹੈ। ਉਹਨੇ ਕਿਹਾ ਕਿ ਜੀਵਨ ਦਾ ਸਨਮਾਨ ਕਰਦੇ ਕਰਦੇ ਮੈਨੂੰ ਪ੍ਰਭੂ ਦੀ ਪ੍ਰਤੀਤੀ ਹੋਣ ਲੱਗੀ। ਹੋਰ ਨਾ ਮੈਂ ਕੋਈ ਪੂਜਾ ਕੀਤੀ, ਨਾ ਮੈਂ ਕੋਈ ਪ੍ਰਾਰਥਨਾ ਕੀਤੀ, ਨਾ ਮੈਂ ਧਿਆਨ ਕੀਤਾ। ਮੈਨੂੰ ਤਾਂ ਜਿੱਥੇ ਵੀ ਜੀਵਨ ਨਜ਼ਰ ਆਇਆ, ਮੈਂ ਵੀ ਜਿੱਥੋਂ ਸਰਿਆ ਜੀਵਨ ਦੇ ਸਵਾਗਤ, ਸੇਵਾ, ਆਦਰ ਲਈ ਉਹ ਮੈਂ ਕੀਤਾ। ਅਤੇ ਜਿੱਥੇ ਵੀ ਮੈਨੂੰ ਖਿਆਲ ਆਇਆ ਕਿ ਮੈਂ ਮੌਤ ਦਾ ਪੱਖ ਪੂਰਕ ਹੋ ਰਿਹਾ, ਉੱਥੋਂ ਹੀ ਮੈਂ ਖੁਦ ਨੂੰ ਹਟਾ ਲਿਆ। ਜਿੱਥੇ ਵੀ ਮੈਨੂੰ ਲੱਗਿਆ ਮੈਥੋਂ ਕੋਈ ਤਬਾਹੀ ਹੋ ਰਹੀ ਹੈ, ਉੱਥੇ ਮੈਂ ਆਪਣੇ ਹੱਥ ਰੋਕ ਲਏ। ਮੈਂ ਆਪਣੀ ਸ਼ਕਤੀ ਨੂੰ ਤਬਾਹੀ 'ਚ ਨਹੀਂ ਲਾਇਆ, ਕੁਝ ਤੋੜਨ 'ਚ ਮੈਂ ਆਪਣੀ ਸ਼ਕਤੀ ਨਹੀਂ ਲਾਈ। ਕੁਝ ਜੋੜ ਸਕਿਆ, ਕੁਝ ਬਣਾ ਸਕਿਆ, ਕੁਝ ਉਸਾਰ ਸਕਿਆ। ਜੀਵਨ ਦੇ ਲਈ ਕੋਈ ਰਾਹ, ਕੋਈ ਸਹਾਰਾ ਉਹ ਮੈਂ ਕੀਤਾ ਤਾਂ ਮੇਰੀ ਪੂਜਾ ਹੈ। ਮੈਂ ਇਸ 'ਚ ਤ੍ਰਿਪਤ ਹਾਂ ਕਿਉਂਕਿ ਮੈਂ ਪਾ ਲਿਆ ਉਹ ਜੋ ਮੈਨੂੰ ਪਾਣ ਜਿਹਾ ਲੱਗਦਾ ਹੈ। ਕੋਈ ਹੋਰ ਖੋਜ ਬਾਕੀ ਨਹੀਂ ਹੈ। ਪਰ ਇਹ ਤਦੇ ਹੋ ਸਕਿਆ ਜਦ ਤੁਹਾਡਾ ਨਜ਼ਰੀਆ ਬਦਲੇ। ਅਜੇ ਤਾਂ ਤੁਸੀਂ ਤਬਾਹੀ ਦੀ ਭਾਲ 'ਚ ਰਹਿੰਦੇ ਹੋ। ਕਿਤੇ ਤੁਹਾਨੂੰ ਕੁਝ ਤੋੜਨ ਭੰਨਣ ਨੂੰ ਮਿਲ ਜਾਏ, ਤੁਹਾਡੇ ਆਨੰਦ ਦਾ ਅੰਤ ਨਹੀਂ ਹੁੰਦਾ। ਬਣਾਉਣ 'ਚ ਕਿਸੇ ਨੂੰ ਕੋਈ ਰੁਚੀ ਨਹੀਂ ਹੈ, ਮਿਟਾਉਣ 'ਚ ਬੜੀ ਦਿਲਚਸਪੀ ਹੈ। ਇਸ ਦਿਲਚਸਪੀ ਨੂੰ ਆਪਣੇ ਅੰਦਰ ਖੋਜਣਾ। ਨਿੰਦਿਆ ਦਾ ਬੜਾ ਭਾਵ ਹੈ। ਜੇ ਮੈਂ ਕਿਸੇ ਦੀ ਨਿੰਦਿਆ ਕਰਾਂ ਤਾਂ ਤੁਸੀਂ ਬਿਨਾਂ ਕਿਸੇ ਵਿਵਾਦ ਦੇ ਸਵੀਕਾਰ ਕਰ ਲੈਂਦੇ ਹੋ। ਜੇ ਮੈਂ ਕਿਸੇ ਦੀ ਪ੍ਰਸ਼ੰਸਾ ਕਰਾਂ, ਤੁਹਾਡਾ ਮਨ ਇੱਕਦਮ ਚੌਂਕ ਜਾਂਦਾ, ਤੁਸੀਂ ਮੰਨਣ ਨੂੰ ਤਿਆਰ ਨਹੀਂ ਹੁੰਦੇ। ਤੁਸੀਂ ਕਹਿੰਦੇ ਹੋ ਸਬੂਤ ਕੀ ਹੈ, ਪ੍ਰਮਾਣ ਕੀ ਹੈ? ਤੁਸੀਂ ਵਹਿਮ 'ਚ ਪੈ ਗਏ ਹੋ। ਲੇਕਿਨ ਜਦ ਕੋਈ ਨਿੰਦਿਆ ਕਰਦਾ ਹੈ ਤਾਂ ਤੁਸੀਂ ਅਜਿਹਾ ਨਹੀਂ ਕਹਿੰਦੇ। ਕਦੇ ਤੁਸੀਂ ਦੇਖਿਆ ਕੋਈ ਆ ਕੇ ਤੁਹਾਡੇ ਕੋਲ ਜਦ ਕਿਸੇ ਦੀ ਨਿੰਦਿਆ ਕਰਦਾ, ਤੁਸੀਂ ਕਿਵੇਂ ਮਨ ਨਾਲ, ਕਿਵੇਂ ਭਾਵ ਨਾਲ ਸਵੀਕਾਰ ਕਰਦੇ ਹੋ? ਤੁਸੀਂ ਇਹ ਨਹੀਂ ਪੁੱਛਦੇ ਕਿ ਇਹ ਗੱਲ ਸੱਚ ਹੈ। ਤੁਸੀਂ ਇਹ ਨਹੀਂ ਪੁੱਛਦੇ ਕਿ ਇਹਦਾ ਕੀ ਪ੍ਰਮਾਣ ਹੈ। ਤੁਸੀਂ ਇਹ ਵੀ ਨਹੀਂ ਪੁੱਛਦੇ ਵੀ ਜਿਹੜਾ ਬੰਦਾ ਇਸ ਲਈ ਖਬਰ ਦੇ ਰਿਹਾ ਹੈ ਉਹ ਪ੍ਰਮਾਣਯੋਗ ਹੈ। ਤੁਸੀਂ ਇਹ ਵੀ ਨਹੀਂ ਪੁੱਛਦੇ ਕਿ ਇਸ ਨੂੰ ਮੰਨਣ ਦਾ ਕੀ ਕਾਰਨ ਹੈ, ਕੀ ਮਕਸਦ ਹੈ। ਨਹੀਂ, ਕੋਈ ਨਿੰਦਿਆ ਕਰਦਾ ਹੈ, ਤੁਹਾਡਾ ਪ੍ਰਾਣ ਇੱਕਦਮ ਖੁੱਲ੍ਹ ਜਾਂਦਾ, ਫੁੱਲ ਖਿੜ ਜਾਂਦੇ ਹੈ। ਸਾਰੀ ਨਿੰਦਿਆ ਨੂੰ ਆਤਮਸਾਤ ਕਰਨ ਦੇ ਲਈ ਮਨ ਰਾਜ਼ੀ ਹੋ ਜਾਂਦਾ ਹੈ। ਇੰਨਾ ਹੀ ਨਹੀਂ, ਜਦ ਤੁਸੀਂ ਇਹੀ ਨਿੰਦਿਆ ਦੂਜੇ ਨੂੰ ਸੁਣਾਉਂਦੇ ਹੋ, ਕਿਉਂਕਿ ਜ਼ਿਆਦਾ ਦੇਰ ਤੁਸੀਂ ਰੁਕ ਨਹੀਂ ਸਕਦੇ, ਘੜੀ, ਅੱਧੀ ਘੜੀ ਬਹੁਤ ਹੈ, ਤੁਸੀਂ ਦੌੜੋਗੇ ਕਿਸੇ ਨੂੰ ਦੱਸਣ ਲਈ, ਕਿਉਂਕਿ ਨਿੰਦਿਆ ਦਾ ਹੀ ਰਸ ਅਜਿਹਾ ਹੁੰਦਾ ਹੈ। ਉਹ ਹਿੰਸਾ ਹੈ ਅਤੇ ਅਹਿੰਸਕ ਨਜ਼ਰ ਆਉਣ ਵਾਲੀ ਹਿੰਸਾ ਹੈ। ਕਿਸੇ ਨੂੰ ਛੁਰਾ ਮਾਰੋ, ਅਦਾਲਤ ਵਿੱਚ ਫੜ ਲਏ ਜਾਓਗੇ, ਲੇਕਿਨ ਨਿੰਦਿਆ ਕਰੋ, ਕੋਈ ਫੜਨ ਵਾਲਾ ਨਹੀਂ ਹੈ, ਕੋਈ ਕਾਰਨ ਨਹੀਂ ਹੈ, ਕੋਈ ਝੰਜਟ ਨਹੀਂ ਹੈ। ਹਿੰਸਾ ਵੀ ਸਾਧੀ ਜਾਂਦੀ ਹੈ, ਰਸ ਵੀ ਆ ਜਾਂਦਾ ਹੈ ਤੋੜਨ ਦਾ, ਅਤੇ ਕੋਈ ਨੁਕਸਾਨ ਵੀ ਕਿਤੇ ਆਪਣੀ ਖਾਤਰ ਹੁੰਦਾ ਨਹੀਂ। ਦੌੜੋਗੇ ਛੇਤੀ ਤੇ ਖਿਆਲ ਕਰਨਾ, ਜਿੰਨੀ ਨਿੰਦਿਆ ਪਹਿਲੇ ਵਿਅਕਤੀ ਨੇ ਕੀਤੀ ਸੀ ਉਸ ਨਾਲੋਂ ਦੁੱਗਣੀ ਕਰਕੇ ਤੁਸੀਂ ਦੂਜੇ ਨੂੰ ਸੁਣਾ ਰਹੇ ਹੋ। ਜੇ ਉਹਨੇ 50 ਕਿਹਾ ਸੀ, ਤੁਸੀਂ 100 ਸੰਖਿਆ ਕਰ ਲਈ ਹੈ। ਤੁਹਾਨੂੰ ਖਿਆਲ ਵੀ ਨਹੀਂ ਆਏਗਾ ਤੁਸੀਂ ਕਦੋਂ ਇਹ 100 ਕਰ ਲਈ ਹੈ। ਨਿੰਦਿਆ ਦਾ ਰਸ ਇੰਨਾ ਗਹਿਰਾ ਹੈ, ਬੰਦਾ ਉਹਨੂੰ ਵਧਾਈ ਤੁਰਿਆ ਜਾਂਦਾ ਹੈ। ਲੇਕਿਨ ਕੋਈ ਤੁਹਾਡੇ ਕੋਲ ਪ੍ਰਸ਼ੰਸਾ ਕਰੇ ਕਿਸੇ ਦੀ, ਤੁਹਾਤੋਂ ਨਹੀਂ ਸਹਾਰਿਆ ਜਾਂਦਾ। ਫਿਰ ਤੁਹਾਡਾ ਹਿਰਦਾ ਬਿਲਕੁਲ ਬੰਦ ਹੋ ਜਾਂਦਾ ਹੈ। ਦਰਵਾਜ਼ੇ ਮਜ਼ਬੂਤੀ ਨਾਲ ਬੰਦ ਹੋ ਜਾਂਦੇ ਆ। ਤੁਸੀਂ ਜਾਣਦੇ ਹੋ ਕਿ ਇਹ ਗੱਲ ਗਲਤ ਹੈ। ਇਹ ਪ੍ਰਸ਼ੰਸਾ ਹੋ ਨਹੀਂ ਸਕਦੀ। ਇਹ ਆਦਮੀ ਇਸ ਯੋਗ ਨਹੀਂ ਹੋ ਸਕਦਾ। ਤੁਸੀਂ ਤਰਕ ਕਰੋਗੇ, ਤੁਸੀਂ ਦਲੀਲ ਦਿਓਗੇ, ਤੁਸੀਂ ਸਭ ਤਰ੍ਹਾਂ ਦੀ ਉਪਾਅ ਕਰੋਗੇ। ਇਸ ਤੋਂ ਪਹਿਲਾਂ ਕਿ ਤੁਸੀਂ ਮੰਨੋ ਕਿ ਸੱਚ ਹੈ, ਤੁਸੀਂ ਜ਼ਰੂਰ ਕੁਛ ਨਾ ਕੁਛ ਅਜਿਹਾ ਲੱਭ ਲਓਗੇ ਜਿਸ ਨਾਲ ਇਹ ਸਿੱਧ ਹੋ ਜਾਏ ਕਿ ਸੱਚ ਨਹੀਂ ਹੈ, ਅਤੇ ਤੁਸੀਂ ਭਰੋਸਾ ਕਰ ਲਓਗੇ ਕਿ ਨਹੀਂ, ਇਹ ਗੱਲ ਸੱਚ ਨਹੀਂ ਹੈ। ਤੁਸੀਂ ਕਿਸੇ ਨੂੰ ਵੀ ਇਹ ਕਹਿਣ ਨਹੀਂ ਜਾਓਗੇ ਕਿ ਪ੍ਰਸ਼ੰਸਾ ਦੀ ਗੱਲ ਤੂੰ ਕਿਸੇ ਨੂੰ ਆਖ। ਇਹ ਤੁਹਾਡਾ ਜੀਵਨ ਦੇ ਪ੍ਰਤੀ ਨਾ ਸਨਮਾਨ ਹੈ, ਮੌਤ ਦੇ ਪ੍ਰਤੀ ਤੁਹਾਡਾ ਸਨਮਾਨ ਹੈ। ਅਖਬਾਰ 'ਚ ਜੇਕਰ ਕਿਤੇ ਕੋਈ ਅਗਨੀ ਕਾਂਡ ਨਾ ਹੋਇਆ ਹੋਵੇ, ਕਿਤੇ ਕੋਈ ਲੁੱਟ ਮਾਰ ਨਾ ਹੋਈ ਹੋਵੇ, ਕਿਤੇ ਡਾਕਾ ਨਾ ਪਿਆ ਹੋਵੇ, ਕੋਈ ਲੜਾਈ ਨਾ ਹੋਈ ਹੋਵੇ, ਕਿਤੇ ਬੰਬ ਨਾ ਡਿੱਗੇ ਹੋਣ, ਤਾਂ ਅਖਬਾਰ ਇੰਝ ਪਟਕਾ ਕੇ ਕਹਿੰਦੇ ਹੋ ਕਿ ਅੱਜ ਤਾਂ ਕੋਈ ਖਬਰ ਹੀ ਨਹੀਂ। ਕੀ ਤੁਸੀਂ ਉਡੀਕ ਕਰ ਰਹੇ ਹੋ? ਕਿ ਤੁਸੀਂ ਸਵੇਰੇ ਸਵੇਰੇ ਉੱਠ ਕੇ ਇਹ ਉਮੀਦ ਕਰ ਰਹੇ ਹੋ ਕਿ ਇਹ ਹੋਵੇ? ਕੋਈ ਖਬਰ ਹੀ ਨਹੀਂ ਹੈ। ਅਖਬਾਰ ਵੀ ਤੁਹਾਡੇ ਲਈ ਛਾਪਦੇ ਹੈ, ਇਸ ਲਈ ਅਖਬਾਰ ਵਾਲੇ ਵੀ ਚੰਗੀ ਖਬਰ ਨਹੀਂ ਛਾਪਦੇ। ਉਹਨੂੰ ਕੋਈ ਪੜ੍ਹਨ ਵਾਲਾ ਨਹੀਂ ਹੈ, ਉਸ 'ਚ ਕੋਈ
ਸੈਂਸੇਸ਼ਨ ਨਹੀਂ ਹੈ, ਉਸ 'ਚ ਕੋਈ ਉਤੇਜਨਾ ਨਹੀਂ ਹੈ। ਅਖਬਾਰ ਵਾਲੇ ਵੀ ਉਹੀ ਛਾਪਦੇ ਆ ਜੋ ਤੁਸੀਂ ਚਾਹੁੰਦੇ ਹੋ, ਉਹੀ ਲੱਭਦੇ ਹੋ ਜੋ ਤੁਸੀਂ ਚਾਹੁੰਦੇ ਹੋ। ਦੁਨੀਆ 'ਚ ਜੋ ਵੀ ਕਚਰਾ, ਗੰਦ, ਵਿਅਰਥ ਸਭ ਕੁਝ, ਸਭ ਨੂੰ ਇਕੱਠਾ ਕਰ ਲਿਆਉਂਦੇ ਹੋ। ਤੁਸੀਂ ਖਿੜੇ ਹੋਏ ਹੁੰਦੇ ਹੋ ਸਵੇਰ ਤੋਂ, ਤੁਹਾਡਾ ਹਿਰਦਾ ਬੜਾ ਆਨੰਦਿਤ ਹੁੰਦਾ ਹੈ। ਤੁਸੀਂ ਅਖਬਾਰ ਤੋਂ ਜੋ ਇਕੱਠਾ ਕਰ ਲੈਂਦੇ ਹੋ, ਦਿਨ ਭਰ ਤੁਸੀਂ ਉਹਦਾ ਪ੍ਰਚਾਰ ਕਰਦੇ ਹੋ। ਲੋਕ ਡਿਟੈਕਟਿਵ ਕਹਾਣੀਆਂ ਪੜ੍ਹਦੇ ਆ, ਕਿਉਂ ਜਸੂਸੀ ਨਾਵਲ ਪੜ੍ਹਦੇ ਆ, ਕਿਉਂ ਜਾ ਕੇ ਹੱਤਿਆ ਅਤੇ ਯੁੱਧ ਦੀਆਂ ਫਿਲਮਾਂ ਦੇਖਦੇ ਆ। ਜੇ ਰਾਹ 'ਚ ਦੋ ਆਦਮੀ ਲੜ ਰਹੇ ਹੋਣ, ਤੁਸੀਂ 1000 ਕੰਮ ਰੋਕ ਕੇ ਖੜ੍ਹੇ ਹੋ ਕੇ ਦੇਖੋਗੇ। ਹੋ ਸਕਦਾ ਤੁਹਾਡੀ ਮਾਂ ਮਰ ਰਹੀ ਹੋਵੇ, ਤੁਸੀਂ ਦਵਾਈ ਲੈਣ ਜਾ ਰਹੇ ਹੋ, ਫਿਰ ਵੀ ਤੁਹਾਡੇ ਪੈਰ ਅੱਗੇ ਨਹੀਂ ਵਧਣਗੇ। ਤੁਸੀਂ ਕਹੋਗੇ ਮਾਂ ਤਾਂ ਥੋੜ੍ਹੀ ਦੇਰ ਰੁਕ ਵੀ ਸਕਦੀ ਹੈ, ਅਜਿਹੀ ਕੋਈ ਕਾਹਲੀ ਨਹੀਂ ਹੈ। ਬਾਕੀ ਇਹ ਜਿਹੜੇ ਦੋ ਆਦਮੀ ਲੜ ਰਹੇ ਆ, ਪਤਾ ਨਹੀਂ ਕੀ ਤੋਂ ਕੀ ਹੋ ਜਾਏ। ਅਤੇ ਜੇ ਦੋ ਆਦਮੀ ਲੜਦੇ ਰਹਿਣ, ਕੁਝ ਨਾ ਹੋਵੇ, ਤਾਂ ਥੋੜ੍ਹੀ ਜਿਹੀ ਦੇਰ 'ਚ ਤੁਸੀਂ ਉੱਥੋਂ ਨਿਰਾਸੇ ਜਿਹੇ ਹਟਦੇ ਹੋ ਕਿ ਕੁਝ ਵੀ ਨਹੀਂ ਹੋਇਆ। ਇਸੇ ਲਈ ਮੈਂ ਕਹਿ ਰਿਹਾ ਕਿ ਇਹਦੀ ਤੁਸੀਂ ਨਿਰਖ ਕਰਨਾ। ਇਸ ਲਈ ਤੁਹਾਨੂੰ ਪਤਾ ਲੱਗੇਗਾ ਤੁਹਾਡਾ ਨਜ਼ਰੀਆ ਕੀ ਹੈ ਜੀਵਨ ਨੂੰ ਦੇਖਣ ਦਾ। ਤੁਸੀਂ ਚਾਹੁੰਦੇ ਹੋ ਤੁਹਾਡੀ ਮਨੋਦਸ਼ਾ ਕੀ ਹੈ, ਇਹਨੂੰ ਤੁਸੀਂ ਪਛਾਣਨਾ ਅਤੇ ਤਦ ਇਹਨੂੰ ਬਦਲਣਾ। ਤਦ ਦੇਖਣਾ ਕਿ ਜਿੱਥੇ ਤੁਹਾਨੂੰ ਲੱਗੇ ਕਿ ਮੌਤ, ਹਿੰਸਾ, ਤਬਾਹੀ ਪ੍ਰਤੀ ਤੁਹਾਡੀ ਰੁਚੀ ਹੈ, ਉਹਨੂੰ ਹਟਾਉਣਾ ਅਤੇ ਜੀਵਨ ਦੇ ਪ੍ਰਤੀ ਵਧਾਉਣਾ। ਚੰਗਾ ਹੋਵੇ ਜਦ ਕਲੀ ਫੁੱਲ ਬਣ ਗਈ ਹੋਵੇ, ਤਦ ਤੁਸੀਂ ਰੁਕ ਜਾਣਾ, ਘੜੀ ਭਰ ਉੱਥੇ ਬੈਠ ਕੇ ਧਿਆਨ ਕਰ ਲੈਣਾ ਉਸ ਫੁੱਲ ਬਣਦੀ ਕਲੀ ਉੱਤੇ, ਕਿਉਂਕਿ ਉੱਥੇ ਜੀਵਨ ਖੇਡ ਰਿਹਾ ਹੈ। ਚੰਗਾ ਹੋਵੇ ਕੋਈ ਬੱਚਾ ਜਿੱਥੇ ਖੇਡ ਰਿਹਾ, ਹੱਸ ਰਿਹਾ ਹੋਵੇ, ਨੱਚ ਰਿਹਾ ਹੋਵੇ, ਉੱਥੇ ਘੜੀ ਭਰ ਤੁਸੀਂ ਰੁਕ ਜਾਣਾ। ਦੋ ਆਦਮੀ ਛੁਰਾ ਲੈ ਕੇ ਲੜ ਰਹੇ, ਉੱਥੇ ਰੁਕਣ ਦਾ ਕੀ ਮਕਸਦ ਹੈ ਤੁਹਾਨੂੰ ਸ਼ਾਇਦ ਪਤਾ ਨਾ ਹੋਵੇ। ਤੁਸੀਂ ਕਦੇ ਸੋਚਿਆ ਵੀ ਨਾ ਹੋਵੇ ਕਿ ਦੋ ਆਦਮੀ ਜੋ ਛੁਰਾ ਮਾਰ ਰਹੇ ਹੈ ਇੱਕ ਦੂਜੇ ਨੂੰ, ਉਸ 'ਚ ਤੁਹਾਡਾ ਹੱਥ ਹੋ ਸਕਦਾ ਹੈ, ਕਿਉਂਕਿ ਤੁਸੀਂ ਧਿਆਨ ਦਿੰਦੇ ਹੋ। ਜੇ ਭੀੜ ਇਕੱਠੀ ਨਾ ਹੋਵੇ ਤਾਂ ਲੜਨ ਵਾਲਿਆਂ ਦਾ ਰਸ ਵੀ ਚਲਿਆ ਜਾਏ। ਜੇ ਕੋਈ ਦੇਖਣ ਨਾ ਆਵੇ ਤਾਂ ਲੜਨ ਵਾਲੇ ਵੀ ਸੋਚਦੇ ਆ ਵੀ ਬੇਕਾਰ ਹੈ, ਫਿਰ ਦੇਖਾਂਗੇ, ਫਿਰ ਕਦੀ। ਅਤੇ ਜਦ ਭੀੜ ਇਕੱਠੀ ਹੋ ਜਾਂਦੀ ਹੈ, ਲੜਨ ਵਾਲਿਆਂ ਨੂੰ ਵੀ ਰਸ ਆ ਜਾਂਦਾ ਹੈ। ਜਿੰਨੀ ਭੀੜ ਵੱਧਦੀ ਹੈ ਉਨਾ ਉਹਨਾਂ ਦਾ ਜੋਸ਼ ਗਰਮ ਹੁੰਦਾ ਹੈ, ਉਨਾ ਹੰਕਾਰ ਵਕਾਰ ਦਾ ਸਵਾਲ ਹੋ ਜਾਂਦਾ ਹੈ। ਇਸ ਲਈ ਤੁਸੀਂ ਇਹ ਨਾ ਸੋਚਣਾ ਕਿ ਤੁਸੀਂ ਖੜ੍ਹੇ ਸੀ ਤਾਂ ਭਾਈਵਾਲ ਨਹੀਂ ਸੀ, ਤੁਹਾਡੀਆਂ ਅੱਖਾਂ ਨੇ ਵੀ ਹਿੰਸਾ 'ਚ ਹਿੱਸਾ ਲਿਆ ਅਤੇ ਉਹ ਜਿਹੜਾ ਛੁਰਾ ਖੋਭਿਆ ਗਿਆ। ਜੇਕਰ ਦੁਨੀਆ 'ਚ ਸੱਚਮੁੱਚ ਕੋਈ ਨਿਆਰੀ ਅਦਾਲਤ ਹੋਵੇ ਤਾਂ ਉਹ ਛੁਰਾ ਮਾਰਨ ਵਾਲਾ ਹੀ ਨਹੀਂ, ਤੁਸੀਂ ਵੀ ਫੜੇ ਜਾਓਗੇ, ਕਿਉਂਕਿ ਤੁਸੀਂ ਵੀ ਉੱਥੇ ਖੜ੍ਹੇ ਸੀ। ਤੁਸੀਂ ਕਿਉਂ ਖੜ੍ਹੇ ਸੀ? ਤੁਹਾਡੇ ਖੜ੍ਹੇ ਹੋਣ ਦਾ ਸਹਾਰਾ ਮਿਲ ਸਕਦਾ ਹੈ, ਤੁਹਾਡੇ ਖੜ੍ਹੇ ਹੋਣ ਨਾਲ ਉਤੇਜਨਾ ਮਿਲ ਸਕਦੀ ਹੈ, ਤੁਹਾਡੇ ਖੜ੍ਹੇ ਹੋਣ ਨਾਲ ਉਹ ਹੋ ਸਕਦਾ ਜੋ ਨਹੀਂ ਹੋਇਆ। ਪਰ ਆਪਣੀ ਉਤਸੁਕਤਾ ਨੂੰ ਖੋਜੋ, ਆਪਣੀ ਉਤਸੁਕਤਾ ਨੂੰ ਜੀਵਨ ਦੇ ਵੱਲ ਲੈ ਜਾਓ। ਜਿੱਥੇ ਵੀ ਤੁਹਾਨੂੰ ਜੀਵਨ ਨਜ਼ਰ ਆਏ, ਉੱਥੇ ਤੁਸੀਂ ਸਨਮਾਨ ਨਾਲ ਭਰ ਜਾਣਾ, ਉੱਥੇ ਤੁਸੀਂ ਵਡਭਾਗੀ ਭਾਵ ਨਾਲ ਭਰ ਜਾਣਾ। ਤੁਹਾਤੋਂ ਜੀਵਨ ਦੀ ਖਾਤਰ ਜੋ ਕੁਝ ਵੀ ਸਰੇ ਤੁਸੀਂ ਕਰਨਾ। ਜੇ ਅਜਿਹਾ ਤੁਹਾਡਾ ਭਾਵ ਹੋਵੇ, ਤੁਸੀਂ ਅਚਾਨਕ ਪਾਓਗੇ ਤੁਹਾਡੀਆਂ ਹਜ਼ਾਰਾਂ ਚਿੰਤਾਵਾਂ ਖੋ ਗਈਆਂ, ਕਿਉਂਕਿ ਤੁਹਾਡੀ ਰੋਗੀ ਬਿਰਤੀ ਤੋਂ ਪੈਦਾ ਹੁੰਦੀ ਹੈ। ਤੁਹਾਡੇ ਹਜ਼ਾਰਾਂ ਰੋਗ ਖੋ ਗਏ, ਕਿਉਂਕਿ ਤੁਹਾਡੇ ਰੋਗ ਤੁਸੀਂ ਤਬਾਹੀ ਦੀ ਭਾਵਨਾ ਨਾਲ ਭਰਦੇ ਸੀ। ਤੁਹਾਡੇ ਬਹੁਤ ਸਾਰੇ ਜ਼ਖਮ ਮਿਟ ਗਏ, ਕਿਉਂਕਿ ਉਹਨਾਂ ਜ਼ਖਮਾਂ ਨਾਲ ਤੁਸੀਂ ਦੂਜੇ ਨੂੰ ਦੁੱਖ ਪਹੁੰਚਾ ਕੇ ਖੁਦ ਆਪਣੇ ਆਪ ਨੂੰ ਵੀ ਦੁੱਖ ਪਹੁੰਚਾਉਂਦੇ ਸੀ ਅਤੇ ਹਾਰਿਆ ਕਰਦੇ ਸੀ। ਧੰਨਵਾਦ।